गुरुमहि समानम् एह बाणी जो जियों जाने तिसे अंतर रवै हर नामा। बाणी गुरु गुरु है बाणी विच बाणी अमृत सारे। गुर बाणी कहे सेवक जन मानै। प्रतख गुरु निस्तारे। बाणी बिरलो विचारसी। जे को गुरमुख होए। एह बाणी महापुरख की निज घर वासा होए। मारू सोलहे महला पंजवा। एक ओंकार सतगुर प्रसाद। ऊंचे ते ऊंचा दरबार कहन न जाई। अंत न पारा गहर गंभीर अथाह स्वामी। अतुल न जाई क्या मिना। वाहिगुरु जी का खालसा वाहिगुरु जी की फतेह। गुरु सवारे खालसा जी, आप जी वडभागे हो जो अपने लोक परलोक दे सुख दाते सतगुरु छतर चवर तखत दे मालक सतगुरु धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। जाहर पीर जगत गुरु कल तारण आए। श्री गुरु नानक देव पातशाह महाराज जी दे पवित्र पावन प्रकाश गुरपुरब मनाउण वास्ते देशां विदेशां दे विच गुरसिख प्रभात फेरियां दे रूप विच अमृत वेले गली गली बाजार बाजार घर घर जाके होका दे रहे ने कि कल तारण गुरु नानक आया। कलयुग दा उद्धार करन वास्ते श्री गुरु नानक देव पातशाह महाराज आए ने। ये दिन रात इन्हां दिनां दे विच लड़ियां चलियां होईयां ने और इस गुरु घर दी प्रबंधक कमेटी संगत गुरु का स्टाफ उस प्रभात फेरी दे विच
ਗੁਰਸਿੱਖ ਪਰਿਵਾਰ ਦੇ ਸੱਦੇ ਦੇ ਉੱਤੇ ਜਿੱਥੇ ਮਹਾਰਾਜ ਦੀ ਮਹਿਮਾ ਦੇ ਵਿੱਚ ਪਰਵਿਰਤ ਹੈ, ਉੱਥੇ ਪਾਤਸ਼ਾਹ ਦੇ ਦਰਬਾਰ ਦੀ ਜੋ ਨਿਯਮਤ ਮਰਿਆਦਾ ਹੈ, ਕਿਉਂਕਿ ਅੱਜ ਐਤਵਾਰ ਦੇ ਹਫ਼ਤਾਵਾਰੀ ਦੀਵਾਨ ਸੱਜਣੇ ਨੇ, ਸਾਰੀਆਂ ਥਾਵਾਂ ਤੇ ਖਾਸ ਕਰਕੇ ਮੈਂ ਵੇਖਿਆ ਦੇਸ਼ ਤੋਂ ਵੀ ਜ਼ਿਆਦਾ ਵਿਦੇਸ਼ਾਂ ਦੇ ਵਿੱਚ ਹਰ ਕਿਰਤ ਕਰਨ ਵਾਲਾ ਸਿੱਖ ਇਹ ਯਤਨ ਕਰਦਾ ਹੈ ਕਿ 6 ਦਿਨ ਭਾਵੇਂ ਮੈਂ ਦਿਨ ਰਾਤ ਆਪਣੀ ਕਿਰਤ ਆਪਣੀ ਜੌਬ ਵਿੱਚ ਪਰਵਿਰਤ ਹਾਂ, ਪਰ ਐਤਵਾਰ ਦਾ ਦਿਨ ਸਮਾਂ ਕੱਢਾਂ ਪਰਿਵਾਰ ਸਹਿਤ ਗੁਰੂ ਦਾ ਸ਼ੁਕਰਾਨਾ ਕਰਾਂ, ਰੱਬ ਦੀਆਂ ਦਾਤਾਂ ਦਾ ਸ਼ੁਕਰਾਨਾ ਕਰਾਂ। ਇਹ ਵੀ ਸੱਚ ਹੈ ਕਿ ਗੁਰਦੁਆਰੇ ਅਸੀਂ ਮੰਗਣ ਵਾਸਤੇ ਨਹੀਂ ਸੀ ਬਣਾਏ। ਇਹਨਾਂ ਮੁਲਕਾਂ ਵਿੱਚ ਆ ਕੇ ਸਾਡੇ ਪੁਰਖਿਆਂ ਨੇ ਜਦੋਂ ਪੈਰ ਧਰਾਵਾ ਕਰ ਲਿਆ, ਜਦੋਂ ਆਪਣੀ ਕਿਰਤ ਕਮਾਈ ਵਿੱਚ ਥੋੜਾ ਜਿਹਾ ਇੱਕ ਮੁਕਾਮ ਹਾਸਲ ਕਰ ਲਿਆ, ਤੇ ਫਿਰ ਉਹਨਾਂ ਨੇ ਸੋਚਿਆ ਵੀ ਜਿਸ ਗੁਰੂ ਨੇ ਸਾਨੂੰ ਹਿੰਮਤ ਦਿੱਤੀ, ਸਰੀਰ ਦਿੱਤਾ ਹੈ, ਸ਼ਕਤੀ ਦਿੱਤੀ ਹੈ, ਇਹਨਾਂ 7 ਸਮੁੰਦਰਾਂ ਤੋਂ ਪਾਰ ਇਹਨਾਂ ਸੋਹਣੇ ਮੁਲਕਾਂ ਦੇ ਵਿੱਚ ਇੰਨੇ ਸੁੱਖ ਭੋਗ ਬਖਸ਼ਿਸ਼ ਕੀਤੇ ਨੇ, ਸਾਡਾ ਫਰਜ਼ ਬਣਦਾ ਬਈ ਅਸੀਂ ਉਸ ਮਾਲਕ ਨੂੰ ਗੁਰੂ ਗੁਰੂ ਕਰਕੇ ਸਲਾਹੀਏ। ਉਦੋਂ ਇਹ ਨਹੀਂ ਸੀ ਹੁੰਦਾ ਵੀ ਆਪਾਂ ਸੁਖਣਾ ਸੁਖਣ ਜਾਵਾਂਗੇ, ਆਪਾਂ ਉੱਥੇ ਕੋਈ ਮੰਗ ਮੰਗਣ ਜਾਵਾਂਗੇ। ਉਦੋਂ ਤਾਂ ਇਹੀ ਹੁੰਦਾ ਸੀ ਵੀ ਜਿਸ ਮਾਲਕ ਨੇ ਇੰਨਾ ਦਿੱਤਾ ਹੈ, ਅਸੀਂ ਸਾਡਾ ਵੀ ਤਾਂ ਕੋਈ ਫਰਜ਼ ਹੈ। ਕਿ ਅਸੀਂ ਉਸ ਮਾਲਕ ਦਾ, ਉਹਦੀਆਂ ਦਿੱਤੀਆਂ ਦਾਤਾਂ ਦਾ, ਕਿਉਂਕਿ ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਹੈ ਸ਼ਾਬਾਸ਼, ਉਹਨੂੰ ਧੰਨ ਕਹਿਣਾ, ਉਹਦੀ ਵਡਿਆਈ ਕਰਨੀ। ਉੱਥੋਂ ਫਿਰ ਇਹ ਭਾਵਨਾਵਾਂ ਪੈਦਾ ਹੋਈਆਂ। ਅੱਜ ਬਹੁਤ ਸੁੰਦਰ ਅਸਥਾਨ ਵਿਦੇਸ਼ਾਂ ਦੀ ਧਰਤੀ ਤੇ ਮਹਾਰਾਜ ਨੇ ਸਾਨੂੰ ਬਖਸ਼ੇ ਨੇ। ਬੜੇ ਬੜੇ ਸੰਗਤ ਦੇ ਜਲਾਓ ਸਜਦੇ ਨੇ, ਔਰ ਇੱਥੋਂ ਤੱਕ ਕਿ ਜਿਸ ਦੇਸ਼ ਤੋਂ ਆਪਾਂ ਆਏ ਹਾਂ, ਉੱਥੋਂ ਦਾ ਹਰ ਪ੍ਰਚਾਰਕ, ਹਰ ਗੁਰੂ ਕਾ ਕੀਰਤਨੀਆ, ਹਰ ਗੁਰੂ ਕਾ ਢਾਡੀ, ਹਰ ਗੁਰੂ ਕਾ ਕਵੀ, ਹਰ ਗੁਰੂ ਕਾ ਪਾਠੀ ਇਹ ਚਾਹੁੰਦਾ ਹੈ ਕਿ ਇਹਨਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਰੰਗ ਭਾਗ ਲਾਏ ਨੇ, ਔਰ ਉਹਨਾਂ ਨੇ ਇਹਨਾਂ ਅਸਥਾਨਾਂ ਦੀ ਜਿੱਥੇ ਇਹ ਸੇਵਾ ਸੰਭਾਲ ਕੀਤੀ, ਅਸੀਂ ਵੀ ਉੱਥੇ ਜਾਈਏ, ਅਸੀਂ ਵੀ ਵਡਿਆਈ ਕਰੀਏ। ਔਰ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਇੱਥੇ ਆਇਆਂ ਨੂੰ ਟਿਕਟਾਂ ਤੋਂ ਲੈ ਕੇ ਉਹਨਾਂ ਦੇ ਆਪਣੇ ਪਰਿਵਾਰ ਦੀ ਸੰਭਾਲ ਵਾਸਤੇ, ਪਰਿਵਾਰ ਦੇ ਗੁਜ਼ਰਾਨ ਵਾਸਤੇ ਕੋਈ ਕਸਰ ਬਾਕੀ ਨਹੀਂ ਰਹਿਣੀ। ਕਈ ਤਾਂ ਆਉਂਦਿਆਂ ਵੀ ਅਖੰਡ ਪਾਠ ਕਰਾ ਕੇ ਆਉਂਦੇ ਨੇ, ਇੱਥੋਂ ਜਾ ਕੇ ਵੀ ਮਹਾਰਾਜ ਦਾ ਸ਼ੁਕਰਾਨਾ ਕਰਦੇ ਨੇ। ਤੋ ਸੱਚੇ ਪਾਤਸ਼ਾਹ ਮਹਾਰਾਜ ਦੀ ਇਸ ਬਖਸ਼ਿਸ਼ ਦਾ ਸਦਕਾ ਹੈ ਕਿ ਐਤਵਾਰ ਹਰ ਗੁਰੂ ਘਰ ਦੇ ਵਿੱਚ ਵਿਸ਼ੇਸ਼ ਸਮਾਗਮ ਹੁੰਦੇ ਨੇ। ਇਸ ਸਥਾਨ ਤੇ ਵੀ ਮੇਰੇ ਤੋਂ ਪਹਿਲਾਂ ਹੁਣੇ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਰਾਏ ਸਿੰਘ ਜੀ ਕੀਰਤਨ ਦੀ ਸੇਵਾ ਨਿਭਾ ਕੇ ਗਏ ਨੇ। ਮੈਨੂੰ ਹੁਕਮ ਹੋਇਆ ਕਿ ਮੈਂ ਗੁਰੂ ਕੀ ਬਾਣੀ ਦੀ ਜੋ ਲੜੀਵਾਰ ਕਥਾ ਚੱਲਦੀ ਹੈ, ਕਿਉਂਕਿ ਮੁੱਖ ਵਾਕ ਦੀ ਕਥਾ ਦੁਪਹਿਰ ਦੇ ਸਮੇਂ ਹੋਏਗੀ, ਉਸ ਲੜੀਵਾਰ ਕਥਾ ਦੇ ਵਿੱਚ ਹਾਜ਼ਰੀ ਭਰਾਂ। ਗੁਰੂ ਕੇ ਵਜ਼ੀਰ ਭਾਈ ਸਾਹਿਬ ਹੋਰਾਂ ਨੇ ਮਾਰੂ ਸੋਲਹੇ ਰਾਗ ਦੇ ਵਿੱਚੋਂ
ਮਾਰੂ ਰਾਗ ਹੈ। ਸੋਲ੍ਹੇ ਸਿਫਤ ਸਲਾਹ ਦੇ ਗੀਤ ਨੂੰ ਕਹਿੰਦੇ ਨੇ। ਪੰਜਵੇਂ ਪਾਤਸ਼ਾਹ ਜੀ ਦੀ ਬਖਸ਼ਿਸ਼ ਇਹ ਸ਼ਬਦ ਜੋ 1078 ਤੋਂ ਲੈ ਕੇ 1080 ਅੰਗ ਤੱਕ ਦਰਜ ਹੈ। ਇਸ ਪਾਵਨ ਸ਼ਬਦ ਦੇ 16 ਬੰਦ ਹਨ। ਸੋ 12 ਬੰਦਾਂ ਦੀ ਵਿਚਾਰ ਆਪ ਜੀ ਨੇ ਪਹਿਲਾਂ ਸਰਵਣ ਕੀਤੀ ਹੈ। ਇਹ ਅੰਤਲੇ 4 ਬੰਦਾਂ ਦਾ ਪਾਠ ਸਰਵਣ ਕਰਵਾਇਆ ਹੈ। ਸੱਚੇ ਪਾਤਸ਼ਾਹ ਮਹਾਰਾਜ ਸਭ ਤੋਂ ਪਹਿਲਾਂ ਪਰਮੇਸ਼ਰ ਦਾ ਮੰਗਲ ਉਚਾਰਨ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ। ਇੱਕ ਹੋ ਕੇ ਵੀ ਉਹ ਕਿਸੇ ਇੱਕ ਥਾਂ ਤੇ ਨਹੀਂ ਹੈ। ਉਹ ਸਰਬ ਵਿਆਪਕ ਹੈ। ਉਹ ਜਰੇ ਜਰੇ ਵਿੱਚ ਰਮਿਆ ਹੋਇਆ ਹੈ। ਹਰ ਥਾਂ ਤੇ ਮੌਜੂਦ ਹੈ। ਉਸ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਉਹ ਸਰਬ ਵਿਆਪਕ ਹੋਣ ਦੇ ਬਾਵਜੂਦ ਸਾਰਿਆਂ ਨੂੰ ਨਹੀਂ ਹੁੰਦੀ। ਉਹਦਾ ਕੇਵਲ ਇੱਕ ਮਾਤਰ ਤਰੀਕਾ ਹੈ, ਉਹ ਹੈ ਗੁਰੂ ਦੀ ਕਿਰਪਾ। ਹੁਣ ਅਸੀਂ ਗੁਰੂ ਦੀ ਕਿਰਪਾ ਨੂੰ ਕੇਵਲ ਘਰ ਦੀ ਸੁੱਖ ਸਮਰਿੱਧੀ ਨਾਲ ਜੋੜਿਆ। ਘਰ ਦੀਆਂ ਚੀਜ਼ਾਂ ਵੇਖੀਆਂ, ਆਖਿਆ ਮਹਾਰਾਜ ਦੀ ਬੜੀ ਕਿਰਪਾ ਹੈ, ਗੁਰੂ ਦੀ ਬਹੁਤ ਕਿਰਪਾ ਹੈ। ਪਰ ਗੁਰਬਾਣੀ ਨੇ ਸਾਨੂੰ ਇਹ ਗੱਲ ਬਾਰ-ਬਾਰ ਸਮਝਾਈ ਹੈ ਕਿ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ। ਗੁਰੂ ਦੀ ਕਿਰਪਾ ਜਿਨ੍ਹਾਂ ਤੇ ਹੋਈ ਹੈ ਉਹਨਾਂ ਨੂੰ ਇਸ ਜੁਗਤੀ ਦੀ ਸਮਝ ਆ ਗਈ ਹੈ ਕਿ ਉਸ ਪਰਮਾਤਮਾ ਵਿੱਚ ਅਭੇਦ ਕਿਵੇਂ ਹੋਣਾ ਹੈ। ਕੱਲੀ ਪ੍ਰਾਪਤੀ ਨਹੀਂ ਹੈ, ਉਹਨਾਂ ਨੂੰ ਪਰਮਾਤਮਾ ਦੀ ਇੱਕ ਮਿਕਤਾ ਵੀ ਮਿਲੀ ਹੈ। ਤੇ ਗੁਰੂ ਜਦੋਂ ਵੀ ਕਿਰਪਾ ਕਰਦਾ ਹੈ, ਗੁਰੂ ਜਦੋਂ ਵੀ ਤਰੁੱਠਦਾ ਹੈ, ਜਦੋਂ ਵੀ ਗੁਰੂ ਨਵਾਜਦਾ ਹੈ, ਤਾਂ ਗੁਰੂ ਸਭ ਤੋਂ ਪਹਿਲਾਂ ਸਾਨੂੰ ਆਪਣੀ ਸਿੱਖੀ ਬਖਸ਼ਦਾ ਹੈ। ਸੱਚੇ ਪਾਤਸ਼ਾਹ ਸਾਨੂੰ ਆਪਣਾ ਬਣਾਉਂਦੇ ਨੇ। ਸਾਨੂੰ ਵਹਿਮਾਂ ਚੋਂ, ਪਰਮਾਂ ਚੋਂ, ਕਰਮ ਕਾਂਡਾਂ ਚੋਂ, ਔਗਣਾਂ ਦੇ ਵਿੱਚੋਂ ਬਾਹਰ ਕੱਢਦੇ ਨੇ। ਸਭ ਤੋਂ ਪਹਿਲਾਂ ਜਦੋਂ ਵੀ ਗੁਰੂ ਨੇ ਕਿਸੇ ਤੇ ਮਿਹਰ ਕੀਤੀ ਹੈ ਤੇ ਮਾਰ ਕੱਢੀਆਂ ਬੁਰਾਈਆਂ, ਪਹਿਲਾਂ ਪਰਮਾਤਮਾ ਸਾਡੇ ਔਗਣ ਕੱਢਦਾ ਹੈ, ਫਿਰ ਸਾਡੇ ਵਿੱਚ ਗੁਣ ਭਰਦਾ ਹੈ, ਫਿਰ ਉਹ ਪਰਮਾਤਮਾ ਸਾਨੂੰ ਆਪਣੇ ਬਣਾਉਂਦਾ ਹੈ। ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਕਿ ਉਹ ਸਾਡਾ ਮਾਤਾ ਪਿਤਾ ਹੈ। ਪਤਾ ਨਹੀਂ ਇਹ ਪੰਥ ਨੇ ਕਦੋਂ ਇਹ ਏਡੀ ਵੱਡੀ ਬਖਸ਼ਿਸ਼ ਸਾਡੀ ਝੋਲੀ ਵਿੱਚ ਪਾਈ ਹੈ ਕਿ ਅਰਦਾਸ ਕਰਨ ਤੋਂ ਪਹਿਲਾਂ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ। ਉਸ ਸ਼ਬਦ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਤੁਮ ਮਾਤ ਪਿਤਾ ਹਮ ਬਾਰਕ ਤੇਰੇ तुम मात पिता हम बारक तेरे तुमरी कृपा में सुख कनेरे। तुहाडी कृपा है, बड़े सुख ने। वो माता पिता है। सिर्फ जरूरत भी इस गल दी है कि असीं उसनूं माता पिता तस्लीम करिए और उहदे बच्चे होण दा ਅਸੀਂ ਪ੍ਰਮਾਣ ਦਈਏ। ਜਦੋਂ ਇੱਕ ਪਿਤਾ ਘਰ ਆਉਂਦਾ ਹੈ
ਛੋਟੇ ਜਿਹੇ ਬੱਚੇ ਨੂੰ ਸਿਰਫ ਇੰਨੀ ਲੋੜ ਹੈ ਕਹਿਣ ਦੀ ਜਾਂ ਦੱਸਣ ਦੀ, ਸਿਰਫ ਉਹ ਬੱਚਾ ਆਪਣੇ ਪਿਤਾ ਦੀਆਂ ਲੱਤਾਂ ਨਾਲ ਹੀ ਚੰਬੜਦਾ ਹੈ ਕਿ ਕਦੇ ਉਸ ਤੋਂ ਬਾਅਦ ਕਦੇ ਉਸ ਬੱਚੇ ਨੂੰ ਕੁਝ ਮੰਗਣ ਦੀ ਲੋੜ ਪਈ। ਕਦੇ ਕਿਸੇ ਬਾਪ ਨੇ ਕਿਹਾ ਵੀ ਜਾਂ ਨਹਾ ਕੇ ਆ ਜਾਂ ਆਪਣੇ ਆਪ ਨੂੰ ਧੋ ਕੇ ਆ। ਉਸ ਪਿਆਰ ਦਾ ਇੱਕ ਵਰਤਾਰਾ ਐਸਾ ਵਰਤਦਾ ਹੈ ਕਿ ਪਿਤਾ ਉਸ ਬੱਚੇ ਨੂੰ ਚੁੱਕਦਾ ਹੈ, ਉਹਦਾ ਮੁੱਖ ਮਸਤਕ ਵੀ ਚੁੰਮਦਾ ਹੈ, ਉਹਨੂੰ ਆਪਣੀ ਛਾਤੀ ਨਾਲ ਵੀ ਲਾਉਂਦਾ ਹੈ, ਫਿਰ ਖੁਦ ਉਹਨੂੰ ਪੁੱਛਦਾ ਹੈ ਕਿ ਦੱਸ ਮੈਂ ਤੈਨੂੰ ਕੀ ਦਿਆਂ, ਮੈਂ ਤੇਰੇ ਲਈ ਕੀ ਲੈ ਕੇ ਆਵਾਂ, ਤੂੰ ਕੀ ਖਾਣਾ ਹੈ, ਕੀ ਲੈਣਾ ਹੈ। ਗੁਰਬਾਣੀ ਸਾਨੂੰ ਬਾਰ-ਬਾਰ ਇਹ ਗੱਲ ਸਮਝਾਉਂਦੀ ਹੈ, ਬਜਾਏ ਇਸ ਗੱਲ ਦੇ ਕਿ ਆਪਾਂ ਗੁਰੂ ਦੇ ਨਾਲ ਸੁਖਣਾ ਵਾਲੇ ਰਸਤੇ ਤੇ ਚਲੇ ਜਾਈਏ ਕਿ ਮਹਾਰਾਜ ਜੇ ਤੁਸੀਂ ਇੰਜ ਕਰੋਗੇ ਅਸੀਂ ਇੰਜ ਕਰਾਂਗੇ, ਤੁਸੀਂ ਇੰਜ ਕਰੋਗੇ ਅਸੀਂ ਇੰਜ ਕਰਾਂਗੇ, ਤੁਸੀਂ ਆਹ ਦਿਓਗੇ ਅਸੀਂ ਆਹ ਕਰਾਂਗੇ। ਸਤਿਗੁਰੂ ਕਹਿੰਦੇ ਨੇ ਨਹੀਂ, ਸਿਰਫ ਜ਼ਰੂਰਤ ਉਸ ਮਾਲਕ ਦੇ ਹੋਣ ਦੀ ਹੈ। ਉਹ ਪ੍ਰਮਾਤਮਾ ਦਾ ਇੱਕ ਬਿਰਧ ਹੈ, ਉਹ ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ। ਸੇਵਕ ਕੋ ਨਿਕਟੀ ਹੋਏ ਦਿਖਾਵੇ, ਜੋ ਜੋ ਕਹੈ ਠਾकुर ਪੈ ਸੇਵਕ ਤਤਕਾਲ ਹੋਏ ਆਵੇ। ਬੱਚਾ ਮੰਗਦਾ ਹੈ, ਕਦੇ ਮਾਂ ਬਾਪ ਨੇ ਕਿਹਾ ਵੀ ਦੇਰ ਲੱਗੇਗੀ, ਸਮਾਂ ਲੱਗੇਗਾ? ਤੁਸੀਂ ਕਦੇ ਵੇਖ ਲਿਓ ਬੱਚਾ ਮੰਗਦਾ ਹੋਵੇ ਤੇ ਲਾਗੇ ਬੈਠੇ ਤੁਹਾਡੇ ਜਾਣਕਾਰ ਵੀ ਇਹ ਗੱਲ ਕਹਿੰਦੇ ਨੇ ਵੀ ਭਾਈ ਗੱਲਾਂ ਬਾਅਦ ਚ ਕਰ ਲਿਓ। ਬੱਚਾ ਰੋਟੀ ਮੰਗ ਰਿਹਾ ਹੈ, ਬੱਚਾ ਕੋਈ ਚੀਜ਼ ਮੰਗ ਰਿਹਾ ਹੈ, ਬੱਚਾ ਰੋ ਰਿਹਾ ਹੈ, ਪਹਿਲਾਂ ਬੱਚੇ ਨੂੰ ਸਮਾਨਤਾ ਚੀਜ਼ ਤਾਂ ਦਿਓ। ਗੱਲਾਂ ਦਾ ਕੀ ਹੈ, ਗੱਲਾਂ ਤੇ ਫਿਰ ਵੀ ਹੋ ਜਾਣਗੀਆਂ। ਅਜੇ ਵੱਡਾ ਆਦਮੀ ਸਿਆਣਾ ਆਦਮੀ ਕੋਈ ਗੱਲ ਕਰੇ ਤੇ ਸਗੋਂ ਅਸੀਂ ਟੋਕ ਦਿੰਦੇ ਹਾਂ ਵੀ ਪੁੱਤ ਕੋਈ ਗੱਲ ਨਹੀਂ, ਠਹਿਰ ਕੇ ਗੱਲ ਕਰੀ, ਅਸੀਂ ਤੇਰੇ ਮੰਮੀ ਪਾਪਾ ਜਿਹੜੇ ਨੇ ਉਹ ਸਾਡੇ ਨਾਲ ਗੱਲ ਕਰ ਰਹੇ ਨੇ, ਤੂੰ ਕਿਉਂ ਬਾਰ-ਬਾਰ ਸਾਨੂੰ ਕਹਿ ਰਿਹਾ, ਥੋੜੀ ਦੇਰ ਤੱਕ ਗੱਲ ਕਰ ਲਈ। ਪਰ ਬੱਚੇ ਨੂੰ ਕਦੇ ਕੋਈ ਨਹੀਂ ਕਹਿੰਦਾ। ਬੱਚੇ ਪ੍ਰਤੀ ਮਾਂ ਬਾਪ ਨੂੰ ਵੀ ਸਗੋਂ ਲੋਕ ਕਹਿੰਦੇ ਨੇ ਵੀ ਪਹਿਲਾਂ ਭਾਈ ਉੱਠ ਕੇ ਤੁਸੀਂ ਬੱਚੇ ਨੂੰ ਸੰਭਾਲੋ, ਆਪਣਾ ਕੀ, ਆਪਾਂ ਤੇ ਗੱਲਾਂ ਕਰਦੇ ਹੀ ਰਹਿਣਾ। तो ऐसा परमात्मा, जिस परमात्मा ने सारी सृष्टि की रचना की है, सिमरै धरती अर आकाशा, सिमरै चंद सूरज गुण तासा। हुण सतगुरु कहते भी धरती भी परमात्मा नूं सिमरदी है, आकाश भी परमात्मा नूं सिमरदा है। हुण पुछो भी धरती कोल किड्डी लंबी जबान है बई, आकाश दे कोल कदों जबान हैगी है? सिमरै चंद सूरज गुण तासा, उस गुणा दे घर परमात्मा नूं चंद सूरज किवें सिमर सकते हैं? उन्हां कोले कदों रसना प्राप्त हो गई है? तो एक शब्द सच्चे पातशाह की बाणी दा असीं सुनते हैं कि सत संगत कैसी जानी है, जिथे एको नाम वखानी है। संगत वो है जिथे एक नाम की महिमा है, वडियाई है। हुण एको नाम हुक्म है। हुण एक नाम की है? नाम दे प्रति तुसीं वेखिया भी कोई कन्नां च दई जांदा है, कोई किसी होर तरीके नाल इहदा वर्णन करदा है। सतगुरु कहंदे उस परमात्मा दा एक नाम उहदा हुक्म है। नानक सतगुर दिया बुझाए जियो, ਉਹਦਾ ਇੱਕ ਨਾਮ ਜਿਹੜਾ ਹੈ ਇਹ ਉਹਦਾ ਹੁਕਮ ਹੈ। ਉਹਦੀ ਰਜ਼ਾ ਵਿੱਚ ਰਹਿਣਾ, ਉਹਦੇ ਹੁਕਮ ਵਿੱਚ ਰਹਿਣਾ, ਉਹਦੀ ਮਰਜ਼ੀ ਵਿੱਚ ਰਹਿਣਾ। ਅੱਜ ਜਦੋਂ ਸੋਲ੍ਹੇ ਰੱਬ ਦੇ ਸਿਫਤ ਸਲਾਹ ਦੇ ਗੀਤ ਗੁਰੂ ਅਰਜਨ ਸਾਹਿਬ ਮਹਾਰਾਜ ਗਾਉਂਦੇ ਨੇ
ਤੇ ਮਹਾਰਾਜ ਕਹਿੰਦੇ ਭਾਈ ਧਰਤੀ ਤੇ ਆਕਾਸ਼ ਪਰਮਾਤਮਾ ਦੇ ਹੁਕਮ ਵਿੱਚ ਨੇ। ਆਪਾਂ ਪਰਿਵਾਰ ਵਿੱਚ ਵੀ ਵੇਖਦੇ ਹਾਂ ਕਿ ਕੋਈ ਬੱਚਾ ਵੀ ਮਾਂ ਤੇ ਬਹੁਤ ਕਰੇ, ਪਿਤਾ ਬਹੁਤ ਕਰੇ, ਪਰ ਜੇ ਗੱਲ ਨਾ ਮੰਨੇ, ਆਖੇ ਨਾ ਲੱਗੇ, ਕਹਿਣੇ ਵਿੱਚ ਨਾ ਹੋਵੇ, ਤੇ ਆਪਾਂ ਕਹਿ ਦਿੰਦੇ ਵੀ ਭਾਈ ਫਿਰ ਮਾਂ ਕਹਿਣ ਦੀ ਵੀ ਕੀ ਲੋੜ ਹੈ, ਬਾਪ ਕਹਿਣ ਦੀ ਵੀ ਕੀ ਲੋੜ ਹੈ। ਜੇ ਆਗਿਆ ਦਾ ਪਾਲਣ ਨਹੀਂ ਕਰਨਾ, ਜੇ ਹੁਕਮਾਂ ਦੀ ਤਾਮੀਲ ਨਹੀਂ ਕਰਨੀ, ਤਾਂ ਫਿਰ ਇਹ ਬਾਹਰ ਮੁਖੀ ਸ਼ਬਦਾਂ ਦਾ ਵੀ ਕੀ ਅਰਥ ਹੈ ਜੀ, ਇਹਦਾ ਵੀ ਕੀ ਲਾਭ ਹੈ। ਸਾਡੇ ਪਿੰਡਾਂ ਦੇ ਵਿੱਚ ਇਹ ਗੱਲ ਆਮ ਅਮੂਮਨ ਇੱਕ ਸੱਸ ਆਪਣੀ ਨੂੰਹ ਨੂੰ ਜ਼ਰੂਰ ਸੁਣਾਉਂਦੀ ਹੁੰਦੀ ਸੀ ਵੀ ਕੁੜੀਏ ਆ ਜਿਹੜਾ ਸਵੇਰੇ ਉੱਠ ਕੇ ਪੈਰੀਂ ਹੱਥ ਲਾਉਣੀ ਹੈ, ਬੈਠੇ ਖਲੋਤਿਆਂ ਬੇਬੇ ਜੀ ਦਾ ਪਖੰਡ ਕਰਦੀ ਹੈ, ਕੁੜੀਏ ਇਹ ਵੀ ਨਾ ਕਰਿਆ ਕਰ। ਜੇ ਤੂੰ ਮੇਰੀ ਗੱਲ ਸੁਣਨੀ ਨਹੀਂ, ਮੰਨਣੀ ਨਹੀਂ, ਮੇਰਾ ਕਹਿਣਾ ਨਹੀਂ ਤੂੰ ਆਪਣੇ ਜੀਵਨ ਵਿੱਚ ਅਖਤਿਆਰ ਕਰਨਾ, ਤੇ ਫਿਰ ਬੈਠਿਆਂ ਖਲੋਤਿਆਂ ਆ ਪਖੰਡ ਕਰਨ ਦੀ ਵੀ ਕੀ ਲੋੜ। ਸਭ ਤੋਂ ਵੱਡਾ ਜਿਹੜਾ ਪਰਮੇਸ਼ਰ ਦਾ ਸਿਮਰਨ ਹੈ ਉਹ ਹੈ ਉਹਦੀ ਰਜ਼ਾ, ਉਹਦਾ ਹੁਕਮ, ਉਹਦਾ ਭਾਣਾ, ਉਹਦੀ ਮਰਜ਼ੀ। ਗੁਰੂ ਅਰਜਨ ਦੇਵ ਪਿਤਾ ਮਹਾਰਾਜ ਨੇ ਤਤੀ ਤਵੀ ਤੇ ਬੈਠ ਕੇ ਇਹ ਦਾਤ ਸਾਡੀ ਝੋਲੀ 'ਚ ਪਾਈ ਹੈ। ਇਸ ਸਾਖੀ ਨੂੰ ਇਸੇ ਕਰਕੇ ਸਾਡੇ ਪੁਰਖਿਆਂ ਨੇ ਬਹੁਤ ਸੁਣਿਆ ਤੇ ਸੁਣਾਇਆ ਕਿ ਜਦੋਂ ਤਤੀ ਤਵੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਬੈਠੇ ਨੇ, ਉਹਨਾਂ ਦੇ ਸੀਸ ਵਿੱਚ ਤੱਤਾ ਰੇਤਾ ਪੜਪੂੰਜੇ ਪਾਉਂਦੇ ਨੇ। ਚੰਦੂ ਵਰਗਾ ਪਾਪੀ ਜਿਹੜਾ ਹੈ ਉਹ ਉਹਨਾਂ ਨੂੰ ਆਪਣੀ ਕਮਾਨ ਦੇ ਰਿਹਾ ਹੈ, ਇੱਦਾਂ ਕਰੋ, ਇੱਦਾਂ ਕਰੋ। ਉੱਥੇ ਬੈਠੇ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਰੱਬ ਦੀ ਸਿਫਤ ਸਲਾਹ ਦੇ ਵਿੱਚ ਕਹਿੰਦੇ ਨੇ, ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੇ। ਪਰਮਾਤਮਾ ਤੇਰਾ ਕੀਤਾ ਮੈਨੂੰ ਮਿੱਠਾ ਲੱਗਦਾ ਹੈ, ਤੇਰਾ ਕੀਤਾ ਹੈ ਹੀ ਬਹੁਤ ਮਿੱਠਾ ਹੈ, ਕਿਉਂਕਿ ਤੂੰ ਕਦੇ ਮਾੜਾ ਕਰਦਾ ਹੀ ਨਹੀਂ ਹੈ। ਤੂੰ ਸੱਚੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ, ਪੌਣ ਪਾਣੀ ਬੈਸੰਤਰ ਸਿਮਰੈ, ਸਿਮਰੈ ਸਗਲ ਉਪਾਰਜਣਾ। ਜੋ ਕੁਝ ਵੀ ਰੱਬ ਨੇ ਪੈਦਾ ਕੀਤਾ ਸਭ ਉਸ ਮਾਲਕ ਦੇ ਭਾਣੇ ਵਿੱਚ ਨੇ, ਰਜਾ ਵਿੱਚ ਨੇ, ਹੁਕਮ ਵਿੱਚ ਨੇ, ਆਗਿਆ ਵਿੱਚ ਨੇ। ਉਹਦੇ ਵਿੱਚ ਚੰਦਰਮਾ ਵੀ ਹੈ, ਸੂਰਜ ਵੀ ਹੈ, ਧਰਤੀ ਵੀ ਹੈ, ਆਕਾਸ਼ ਵੀ ਹੈ, ਹਵਾ ਵੀ ਹੈ, ਪਾਣੀ ਵੀ ਹੈ, ਅਗਨੀ ਵੀ ਹੈ। ਸਭ ਪਰਮਾਤਮਾ ਨੂੰ ਸਿਮਰਦੇ ਨੇ। ਤੋ ਜਿਹੜਾ ਅੱਜ 13ਵਾਂ ਬੰਦ ਹੈ, ਉੱਚੇ ਤੇ ਉੱਚਾ ਦਰਬਾਰ। ਪਰਮਾਤਮਾ ਤੇਰਾ ਦਰਬਾਰ ਬਹੁਤ ਉੱਚਾ ਹੈ, ਉੱਚੇ ਤੋਂ ਉੱਚਾ ਹੈ। ਅਰਦਾਸ ਤੋਂ ਪਹਿਲਾਂ ਜਿਹੜਾ ਆਪਾਂ ਸ਼ਬਦ ਪੜ੍ਹਦੇ ਹਾਂ ਉਹਦੇ ਵਿੱਚ ਸਾਰੀਆਂ ਵਡਿਆਈਆਂ ਪੁਰਖਿਆਂ ਨੇ ਅਰਜ ਦਸਤ ਹੋਣ ਤੋਂ ਪਹਿਲਾਂ ਜਿਹੜਾ ਸ਼ਬਦ ਸਾਡੀ ਝੋਲੀ ਵਿੱਚ ਪਾਇਆ ਹੈ ਉਹਦੇ ਵਿੱਚ ਸਾਰੀਆਂ ਦਾਤਾਂ ਜਿਹੜੀਆਂ ਨੇ ਮੌਜੂਦ ਨੇ। ਉੱਥੇ ਇਹ ਸ਼ਬਦ ਬੋਲੇ ਜਾਂਦੇ ਨੇ कि तुम मात पिता हम बारक तेरे, तुमरी कृपा में सूख कनेरे, कोई ना जाने तुमरा अंत, ऊंचे ते ऊंचा भगवंत। परमात्मा तू ऊंचे तो ऊंचा है, तेरा दरबार बहुत ऊंचा है। कहना ना जाई अंत ना पारा, कुछ किया नहीं जा सकता। जिहवा एक कवन गुण कही है, बेशुमार बेअंत स्वामी, तेरो अंत ना किन ही लई है। तू बेशुमार है, तू बेअंत है, तेरा अंत कोई नहीं पा सकता। तुझ बिन अवर ना कोई बिया। परमात्मा तेरे बगैर कोई दूजा रब ही नहीं हैगा। तुझ बिन दूजा ना ही कोई, तू करतार करें सो होए। तेरा जोर तेरी मन टेक, सदा सदा जप नानक एक। है ही नहीं तेरे तो बगैर। रब वर्गा कोई दूसरा रब नहीं है।
आद मद अंत प्रभ तू है, सगल पसारा तुम तना। आ जिन्ना पसारा है ये तेरे तन का है, तेरे शरीर का है, ये सब कुछ तेरे तो पैदा होया। सब कुछ जिन्नी प्रकृति है यदि उत्पत्ति परमात्मा तेरे तो हुई है। ये तेरा ही परिवार है, ये तेरी वंश है, तेरी अंश है। साडे सारियां दा जिहड़ा मुੱਢ मूल है वो परमेश्वर वाहिगुरु परमात्मा आप है। आदि विच भी तू सी, अज भी तू है, ओड़क अंत भी परमात्मा तू ही रहना है। कोई तेरे बिना हो ही नहीं सकता। कौन है जिहड़ा पहला सी, जदों अरबद नरबद धुंधू कारा, धरन ना गगना हुक्म अफारा, उदों कौन सी? ना दिन रैन, ना चंद, ना सूरज। जदों चंद्रमा नहीं सी, सूरज नहीं सी, धरती नहीं सी, गगन नहीं सी, आकाश नहीं सी, उदों भी तू सी, अज भी तू है, अज भी कोई होर नहीं हैगा, अखीर भी तू रहना है। जम दूत तिस निकट ना आवे, ऐसा परमात्मा जिहड़ा उच्चे तो उच्चा है, ऐसा परमात्मा जिहदे बारे कुछ कहा नहीं जा सकता, जिहदा पारावार नहीं पाया जा सकता, जिहड़ा बहुत गहर है, डूंगा है, गंभीर है, डूंगे जिगरे वाला है, जिहदा अथा कोई था पा ही नहीं सकता, कोई अंत जान ही नहीं सकता। जिहड़ा स्वामी है, सारी सृष्टि का मालिक है, जिहड़ा अतुल, तोलिया नहीं जा सकता, क्या मिना उसकी कोई मिणती नहीं हो सकती। कोई दस सकता है रब कितना चौड़ा है, कितना लंबा है, कितना वड्डा है, किन्नी धरती दे विच वो परमात्मा फैलिया होया है। महाराज ते कहते ने जै जै पेखों तै हजूर, दूर कतो ना जाई, रब रहिया सरबतर में मन सदा ध्याई। वो परमात्मा सारियां थावां ते है, आदि विच भी वो है, मध विच भी वो है, वो अतुल है। जम दूत तिस निकट ना आवे, कोई उस परमात्मा नूं सिमरे तां सही। आपां चाहुंदे ते हैगे आ दुखां तो, कलेशां तो साडे जीवन दा उधार हो जाए, पर उहदा जिहड़ा तरीका पहुंच जिहड़ी है साडी वो ठीक नहीं है। किवें होया जा सकता है, किवें पाया जा सकता है उस परमात्मा नूं? जमदूत कौन ने? जिहड़े मौत दे फरिश्ते ने उन्हां नूं जमदूत कहंदे ने। हुण सानूं तां रिश्तेदार ही भजाई फिरदे ने, भूतां प्रेतां दी तां गल ही छोटी है। बहुतिआं नूं ते रिश्तेदारी ਇਹ जी सानू तो जी किसी ने आ करता जी, किसी ने ਉਹ करता जी। महाराज कहते भाई तुहानू कोई नहीं कुछ कर सकता। जम कंकर नेड़ ना आया, सुख नानक शरणी पाया। ये किते हो सकता है? जय साधु गोबिंद भजन, कीर्तन नानक नीत, ना हो ना तू न छुटे, निकट ना जाइयो दूत। जम दूत तिस निकट ना आवे। रिश्तेदारां दी गल छड्डो, भूतां प्रेतां दी गल छड्डो, जमदूत मौत दा फरिश्ता तुहाडे नेड़े नहीं आएगा। साध संग हर कीर्तन गावे, बशर्त इक्को ही है कि रब दे प्यारिआं नूं लभो, उन्हां दे विच बैठ के रबी सिफत सलाह दे गीत गाओ। और संगत तो उत्तम कोई होर थां नहीं हो सकता। जिथे आपां बैठे हैं इस तो उत्तम होर कोई थां नहीं है। खाई कोट ना परलप गारा, न जानो बैकुंठ द्वारा। कहो कमीर अब कहिए काहे,
साध संगत बैकुंठे आहे, ये तो स्वर्ग धाम है। जिहड़ा इत्थे बैठ के परमात्मा की सिफत सलाह करेगा, सगल मनोरथ ताके पूर्ण, उहदियां सारियां इच्छा पूरियां होणगियां। की चाहुंदे आपां, की मंगदे आपां? इत्थे बैठ के दो ही गल्लां ने, जां तां ज्ञान मिल जाएगा, साडियां भुखां चलियां जाणगियां, भुखां सब गवाईयां, जां फिर सगल इच्छा पूरियां, जां पाया अगम अपारा, जाते जो कुछ असी चाहुंदे आ सानू मिल जाएगा, तो जां परमात्मा सानू समझा देगा। फिर असी आप ही कहांगे कि मैं क्या मांगो कि स्थिर ना रहाई, मैं की मंगा? कोई चीज रहने वाली तो है नहीं। एवं नाशवंत पदार्थ मांग के मैं क्यों उस प्रभु परमात्मा की कीती सिफत सलाह जिहड़ी है मैं उसनूं भी गवा रहा। तो सच्चे पातशाह महाराज सानू उपदेश करके समझाते ने, सगल मनोरथ ताके पूर्ण, जो श्रवणी प्रभ का जस सुना। कोई है जिहड़ा रब दा जस सुनदा होवे? अमूमन असी दुनिया के लचर गीतां विच प्रवृत्त रहने हैं, दुनिया की निंदिया चुगली दे विच, लोकां दी बुराई दे विच असी प्रवृत्त रहने हैं। कन सुने, कन सोए सुन निंद विचार, सुते पै ने कन साडे, निंदिया दी विचार सुन सुन के, वह भी माड़ा है जी, वह भी माड़ा है जी, वह आ हो गया जी, वह हो गया जी। जे यूँ कह लीए भी साढ़े कन उस सिग्नल नूं फड़दे ने, चंगा फड़दे ही नहीं है। पर जदों उहदी मालिक की किरपा होनी है, फिर असी खुद कवांगे, ये श्रवणो मेरेओ साचे सुनने नो पठाए, साचे सुनने नो पठाए, शरीर लाए। इस करके थोड़ा सिर दे नाल एडे एडे कन लाए सी रब ने, किवें कंधां दे नाल लग लग के लोकां दी तू निंदिया चुगली सुनी। और सियाणे तां इह वी कहंदे ने कि भाई जो कुछ तुसीं सुणदे हो वो भी असर अंदाज हुंदा है। ये मत सोचना कि सुनने नाल की फर्क पैंदा है, बड़ा फर्क पैंदा है। निंदिया चुगली सुनोगे, बुराई सुनोगे, उहदा भी असर है। पर जे तुसीं किते रब की सिफत सलाह सुनो तो फिर सुनते पुनीत, कहते पवित। सुन वाला पुनीत हुंदा है, आप गाउण वाला, बोलण वाला पवित्र हुंदा है। भाई इन्नियां वडियाइयां ने। जदों असी गुरु की गोद विच बैठना है ना, उदों सानूं ये पता होना चाहिए कि भाई जे चंगा सुनोगे तो वह लाभ होएगा, माड़ा सुनोगे वह थोनों नुकसान भी होएगा। कई बार कई ये भी सोचते हैं, नहीं जी तां की फर्क पै गया जी, आप सुन लिया था जी। नहीं भाई, कदे इस रस्ते ते जाना नहीं। जो कुछ असी सुनते हैं वो गल्लां साडे ते असर अंदाज होंदियां, नज़र अंदाज नहीं होंदियां, असर अंदाज होंदियां, लागू होंदियां ने। कई बार कोई गल सुन लीए मन ही खराब हो जाता है, कई बार गल सुनीए तो सुरत भी खराब हो जाती है। पर कई बार जदों तुसीं परमेश्वर की सिफत सलाह सुनते हो तो पूरा जीवन ही सरशार हो जाता है। मन तृप्त हो जाता है। सच्चे पातशाह महाराज कहते ने कि जो श्रवणी प्रभ का जस सुना, तू सबना का सबको तेरा। परमात्मा तू सारियां दा है। कई बार लगता है मैनू कि मेरा रब है, नहीं, रब तो भाई सारियां दा है। चंगियां दा भी वही रब है, माड़ियां दा भी वही रब है। सबको तेरा। परमात्मा सारे जीव भी तेरे ने, चंगे माड़े सब जेड़े ने, एक नूर ते सब जग उपजिया, कौन भले को मंदे। माड़ा कौन है? कोई माड़ा नहीं है।
ये तो मेरा तर्क है, मेरी मेरी नज़रिया है, मेरी सोच है। मैं मेरे शब्द ने भाई कि मैं किसी को चंगे का सर्टिफिकेट दई जाना, किसी को माड़े का सर्टिफिकेट दई जाना। और कई बारी फिर अगले कह भी देंगे ने भी भाई सानू तेरे सर्टिफिकेट की लोड़ नहीं। ये तो अजकल आम ही अमूमन ही सुनते हैं असी कि अगले फिर एलानियां कहते हैं कि जे आप कहिए भी वो तो जी चंगा आदमी नहीं, अगला कहता मैनू तेरे सर्टिफिकेट की लोड़ भी नहीं, तू अपना सर्टिफिकेट अपने कोल रख। कौन किसी को इस तरह कह सकता है भाई? क्योंकि चंगे माड़ियां दा रब परमेश्वर परमात्मा आप है। तू सबना का सबको तेरा, साचे साहिब गैर गंभीरा। हे सच्चे साहिब, ऐ परमात्मा तू बहुत डूंगा है, तू बड़े बड़े जिगरे वाला है। तुसीं वेखो धरती ते किन्ना कुछ वापरदा है, किन्ना कुछ धरती के जीवां ने इस धरती ते कीता है, पर कदे उस परमात्मा ने इस सारे कुछ नूं कदे अपने कोल संभाल के रखे ना। सुत अपराध करत है जेते, जननी चीत ना राखस देते। जिन्हें गुनाह बच्चे करदा है कदे माँ उन्हें संभाल के रख दी है? कदे भी नहीं रखती। किन्ने बारी बच्चे ने माँ की थाली च हाथ मार के रोटी रोड़ दी है। किन्ने बारी बच्चे ने माँ के वस्त्रां दे उत्ते मल मूत्र विष्ठा कर दी है। कदे माँ कहती है भी तू कल मेरे नाल इदां कीता सी ना। रब भी नहीं करता। नहीं तो जिन्नियां भुल्लां असीं करदे हां, महाराज दी बाणी च असीं रोज़ पढ़दे हां, खिन खिन भुल्लण हार। हर छिण हर अख झमकण जिन्ने समय विच साडे तो चेत अचेत गलती हुंदी है, भुल हुंदी है, गुनाह हुंदा है। पर परमात्मा की करदा है? वो साडे अवगण नहीं चितारदा। और ये गल मन्नी गई है कि लेखे कते ना छूटी है, खिन खिन भुल्लण हार। जे लेखा होवे तो कदे रब की दरगाह विच बंदा बरी हो सकता है, सुरखरू हो सकता है? नहीं भाई। कहो नानक सेई जन उत्तम, जो भावें स्वामी तुम मना। पंजवें पातशाह वड्डे सतगुरां दा नाम दर्ज करके कहते हैं, कहो नानक सेई जन उत्तम, वही पवित्र ने, वही चंगे ने, वही भले ने। नहीं तो सच तो यह है भी मैं कहना मैं चंगा, बाकी तो सारे माड़े ने। और बहुतियां दी मैं वेख्या थ्योरी भी है, उन्हां कोल अपने आप नूं चंगा दस्सण वास्ते कुछ भी नहीं हुंदा। कोई ये दस सकण कि मैं इस करके चंगा हाँ। वो फिर शुरू ही इत्थों होंदे ने भी ये लै इहनूं तो मैं जानदा, ये तो अमके दा पुत्तर है, वो लै उहनूं भी मैं जानदा, इन्हां दा प्यो तो खोती वाहुंदा हुंदा सी, वो आदमी लै इहनूं तो मैं जानदा, इन्हां दी माँ तो लोगों के घर च भांडे मांजदी हुंदी। पुछो भी तेरे कोल अपने कुछ सुनाउण लई है कुछ? लोकां दीयां बुराइयां सुना के मैं कहना भी तुसीं मैनूं चंगा मान लो। इस कल्चर ने, इस बनाए हुए अज साडे सिखां दे सुभाਅ ने साडा बहुत नुकसान किया है, बहुत नुकसान किया। दूजिਆਂ ਨੂੰ माड़ा कह के असीं कहने मैनूं चंगा मान लो, पर अपने आप दस्सण वास्ते कुछ भी नहीं है भी मैं किवें चंगा। अपने गुण, अपनी वडियाई। महाराज कहते असल विच गल ये है कि जो भावें स्वामी तुम मना। हे परमात्मा, जेड़े तेरे मन नूं भा जाण, जेड़े तैनूं चंगे लग जाण, जेड़े तेरे दर ते प्रवान हो जाण, असल विच ओही चंगे ने, बाकी कोई चंगा नहीं है। तो जिन्हों ये गल समझ आ जाए वो फिर कहता है भाई वो तो मंदा जाने आप कहो अवर भला संसार। वो लोगों के अवगण नहीं, वो सिर्फ अपनी गल करता है। वो कदे लोगों के अवगणों के विचों अपनी चंगियाई का सर्टिफिकेट नहीं बनाता,
वो तो सगों ये कहता भी कहो नानक सब तेरी वडियाई कोई नाओ ना जाने मेरा। वडियाइयां तो सारियां ओदियां ने। तू सोहना है ये भी ओदी वडियाई है, तू सियाना है ये भी ओदी वडियाई है। जे परमात्मा ने तैनू कोई तौफीक दी है, दात दी है, तो भी ओदी वडियाई है। परमात्मा ने करूप भी तो पैदा किए ने, मूर्ख भी तो पैदा किए ने, मंगते भिखारी भी तो पैदा किए ने। एक दाते एक भिखारी जी सब तेरे चोज वडाना। इन्हें एक शब्द प्रवान करना जी। आप संगत का धन्यवाद, सतगुरां दा, धन श्री गुरु ग्रंथ साहब महाराज का, अकाल पुरख का कोटान कोट शुक्र जो हमेशा किरपा करके अपनी गोद विच बिठा के दो शब्द बोलने की दात बख्शते ने। मैं इस गुरु घर के मुख सेवादार जो मेरे वड्डे भरा भी हैं बाबा सज्जन सिंह जी, उन्हों का धन्यवाद करदा। मैं जदों भी आउना मैं हमेशा इत्थे हाज़री भर के जाना, हमेशा मैनू इत्थों प्यार असीस मिलती है। अज वो प्रभात फेरी दे विच संगत दे नाल गए हुए ने, मैं उन्हों का धन्यवाद करदा। मैं अरदास करदा महाराज किरपा करन, लागते दीवान रहे, गावते सुजान रहे, झूलते निशान रहे, पंथ महाराज की अस्थान हमेशा चढ़दी कला विच रहन। असी संगतां दे रूप विच इत्थों हमेशा वरोसाए जाइए। भाई संतोख सिंह जी उन्हां दे सारे नाल साथियों का, गुरु के वजीरां दा धन्नवाद। भुल्लां बख्शो जी, फतेह बुलाओ। वाहिगुरु जी का खालसा, वाहिगुरु जी की सत श्री अकाल। राम कली महला तीजा। आनंद एक ओंकार सतगुर प्रसाद। आनंद भया मेरी माए, सतगुरु मैं पाया। सतगुर तां पाया सहज सिद्धि, मन वजियां वाधाइयां। राग